दर्शकों अज आपां एक अजिहे मसले दे बारे चर्चा करनी है जिहड़ा सिख समाज दी बहुत वैल्यूएबल जिहड़ियां धारणा हैगियां उन्हां नूं पिछले काफ़ी समय तो खोरा लाउंदा आ रहा है। ये खोरा लाउण वाली जिहड़ी गल है इस नूं बहुता चर्चा विच सिख समाज विच नहीं लिआंदा जांदा, पर अंदर खाते एक अजिहा मसला है जिहड़ा हमेशा जीवंत रहिंदा है किसी ना किसी रूप दे विच। यह है सिख समाज दे विच छुआछात, ऊच नीच ते अमीर गरीब दा पाड़ा। गुरुआं ने अपने काल दे विच इस बुराई नूं मुद्धों उखेड़ के सिख धर्म नूं न्यारा पंथ जां न्यारवीं ऑर्गेनाइजेशन बनाउण दी कोशिश की। इहदा न्यारापण है कि इहदे विच हर सिख तो तवक्को की जाती है कि वह बराबरी दे विच यकीन रखता है ते बराबरी जिहड़ी है उहदा निशाना है, बराबर दा समाज सिरजना उहदा निशाना है। और इस गल नूं खालसा साजण वाली जिहड़ी इंसीडेंट है उहदे नाल जोड़ के देखा जाता है। उहदे विच गुरुआं ने बिना जात पात विचारे निमन जातां दे लोकां नूं इक्को खंडे बाटे विचों ना सिर्फ उन्हां नूं अमृतपान कराया, खुद भी उहदे विचों अमृतपान कीता ते इहदे नाल एक वड्डा सुनेहा दिता कि समाज दे विच बराबरता मनुखवाद की बहुत बड़ी निशानी है। पर अफसोस की गल यह है कि ज्यों ज्यों समा बीतता गया, खास तौर पर मिसल राज तो बाद, मिसलों के सिख मिसलों के राज तो बाद ये जिहड़ी वैल्यू सी, ये जिहड़ी धारणा सी, इस नूं खोरा बहुत तेजी दे नाल वक्-वक् कारणा करके लगता गया, जिन्हां दे बारे आपां अज दी विचार चर्चा दे विच गलबात करांगे। साडे नाल शामिल ने जसपाल सिद्धू ते जाने पछाणे पत्रकार ने, चिंतक ने ते बुद्धिजीवी ने, ते दूसरे साडे नाल फोकलोरिस्ट ते नाल दी नाल ब्रॉडकास्टर प्रीतम रपाल शामिल ने, ते नाल साडे तीसरे गैस्ट ने जो साडे इस चर्चा दे विच शामिल ने, डॉक्टर जगतार सिंह, साबका डीन पंजाबी यूनिवर्सिटी पटियाला। सब तो पहला मैं जसपाल ते गल जसपाल तो शुरू करानी चाहांगा। जसपाल, ये जिहड़ी बुराई जी दी मैं गल कीती हैगी है, इहदा इतिहास की है, किदों ये शुरू होया, किदों ये हौली हौली जोर फड़दा गया, जां किस रूप दे विच ये हुण इत्थे कायम है? देखो, सिख धर्म की बुनियाद है जिहड़ी वो मैं समझदा है कास्ट दे खंडन करन ते कास्ट तोड़न ते शुरू हुई है। वो शुरू ही एक गरीबां दे धर्म दे लैवल ते होया ते जत पात तोड़न ते शुरू होया। ਉਹਦੇ ਵਿੱਚ ਹੌਲੀ ਹੌਲੀ ਲੰਬੇ ਸਮੇਂ ਦੇ ਵਿੱਚ ਇਹ ਸਾਰੀ ਵਿਕਰਤੀ ਤੇ ਸਾਰਾ ਜਿਹੜਾ ਵਿਗਾੜ ਪੈਂਦਾ ਰਿਹਾ ਤੇ ਗੁਰੂ ਸਾਹਿਬ ਦੇ ਜਿੰਨੇ ਇੰਸਟੀਟਿਊਸ਼ਨ ਆ ਸਾਰੇ ਜਾਤ ਪਾਤ ਤੋੜਨ ਲਈ ਆ। ਇੱਥੋਂ ਤੱਕ ਹੈ, ਮੈਂ ਸ਼ਾਰਟ ਵਿੱਚ ਕਹੂੰ, ਬੰਦਾ ਬਹਾਦਰ ਤੱਕ ਵੀ ਆ ਕੇ ਸਾਰਾ ਜਦੋਂ ਦਲਤਾਂ ਨੂੰ ਉਹ ਕਈ ਪਰਗਣੇ ਸੌਂਪ ਦਿੰਦਾ ਜਿੱਤੇ ਹੋਏ ਸਾਰੇ, ਉੱਥੋਂ ਤੱਕ ਸਾਰੀ ਗੱਲ ਚੱਲਦੀ ਹੈ। ਉਦੋਂ ਪਿੱਛੋਂ ਫਿਰ ਸਾਰਾ ਵਿਗਾੜ ਹੌਲੀ ਹੌਲੀ ਜਿਹੜਾ ਸ਼ੁਰੂ ਹੋਇਆ। ਇਹ ਮੋਟੇ ਲੈਵਲ ਤੇ 1764 ਵਿੱਚ ਸਰਹੰਦ ਜਿੱਤਣ ਤੋਂ ਬਾਅਦ ਜਦੋਂ ਆਪਸ ਵਿੱਚ ਦੀ ਸਾਰੀ ਮਿਲਖਾਂ ਦੀ ਡਿਵੀਜ਼ਨ ਹੋਣੀ ਸ਼ੁਰੂ ਹੋਈ ਤੇ ਉਦੋਂ ਫਿਰ ਲਾਲਚ ਆਇਆ, ਉਦੋਂ ਫਿਰ ਬਰਾਬਰੀ ਵਾਲਾ ਕਨਸੈਪਟ, ਖਾਲਸਾ ਸਪਿਰਿਟ, ਇਹ ਸਾਰਾ ਕੁਝ ਡਾਊਨ ਹੋਣਾ ਸ਼ੁਰੂ ਹੋ ਗਿਆ ਤੇ ਜਾਤ ਪਾਤ ਐਂਟਰੀ ਸ਼ੁਰੂ ਹੋ ਗਈ। ਜਾਤ ਪਾਤ ਦੀ ਐਂਟਰੀ ਬਹੁਤ ਵੱਡੇ ਤਰੀਕੇ ਨਾਲ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਈ। ਜਦੋਂ ਲਿਬਰਲ ਡੈਮੋਕ੍ਰੇਸੀ ਬਣੀ, ਵੋਟ ਬੈਂਕ ਦਾ ਸਿਸਟਮ ਬਣਿਆ, ਉਦੋਂ ਫਿਰ ਦੋ ਗੱਲਾਂ ਇਕੱਠੀਆਂ ਹੋ ਗਈਆਂ, ਜਾਤ, ਕਾਸਟ ਤੇ ਕਲਾਸ ਦੋਨੋਂ ਇਕੱਠੀਆਂ ਹੋ ਗਈਆਂ। ਹੁਣ ਸਾਡੇ ਯੁੱਗ ਦੇ ਵਿੱਚ ਇਸ ਵੇਲੇ ਕਾਸਟ ਤੇ ਕਲਾਸ ਦੋਨਾਂ ਦਾ ਕੰਬੀਨੇਸ਼ਨ ਹੈ, ਜਿਹਦੇ ਕਰਕੇ ਸਾਰਾ ਇਹ ਫਰਕ ਵਿਤਕਰਾ ਫਿਰ ਮੁੜ ਕੇ ਐਂਟਰ ਹੋਇਆ। ਕਲਾਸ ਦੇ ਲੈਵਲ ਤੇ ਵੀ ਹੋ ਗਿਆ, ਕਾਸਟ ਲੈਵਲ ਤੇ ਹੋ ਗਿਆ ਤੇ ਇਸੇ ਕਰਕੇ ਕਾਸਟ ਦੀ ਮੈਨੂਪੂਲੇਸ਼ਨ ਕਲਾਸ ਲਈ ਵੀ ਹੁੰਦੀ ਹੈ ਤੇ ਰਾਜ ਸੱਤਾ ਦੀ ਪ੍ਰਾਪਤੀ ਲਈ ਵੀ ਹੁੰਦੀ ਹੈ ਤੇ ਵੋਟ ਬੈਂਕ ਤਿਆਰ ਹੁੰਦੇ ਆ। ਇਸ ਕਰਕੇ ਅਸੀਂ ਆਪਾਂ ਅਗਲੀ ਗੱਲ ਜਗਤਾਰ ਹੋਰਾਂ ਤੋਂ ਕਹੀਏ ਕਿ ਇਸ ਗੱਲ ਨੂੰ ਪੂਰਨ ਕਰਨ ਲਈ ਕਲਾਸ ਤੇ
ਕਾਸਟ ਇੱਕ ਟੂਲ ਹੈ ਜਿਹਨੂੰ ਇੱਕ ਐਲੀਟ ਜਿਹੜੀ ਸਿੱਖ ਐਲੀਟ ਕਲਾਸ ਹੈ ਉਹ ਵਰਤ ਕੇ ਸ਼ਕਤੀ ਹਾਸਲ ਕਰਨਾ ਚਾਹੁੰਦੀ ਹੈ ਤੇ ਕਰਦੀ ਰਹੀ ਹੈ। ਤੁਹਾਡਾ ਕੀ ਖਿਆਲ ਹੈ? ਸਿੱਧੂ ਸਾਹਿਬ, ਮੈਨੂੰ ਤਾਂ ਲੱਗਦਾ ਹੈ ਕਿ ਆਪਾਂ ਬਾਕੀ ਜਿੰਨੀਆਂ ਮਰਜ਼ੀ ਕੈਟਾਗਰਾਈਜੇਸ਼ਨਸ ਕਰੀ ਜਾਣ, ਸਾਰੇ ਸੰਸਾਰ 'ਚ ਦੋ ਹੀ ਕਲਾਸਿਸ ਨੇ, ਇੱਕ ਰੂਲਿੰਗ ਕਲਾਸ ਹੈ ਤੇ ਇੱਕ ਰੂਲਡ ਕਲਾਸ ਹੈ। ਬਾਕੀ ਅੱਗੇ ਆਪਾਂ ਜਾਤ ਪਾਤ ਦੀ ਗੱਲ ਕਰੀ ਜਾਈਏ ਜਾਂ ਕਲਾਸ ਦੀ ਕਰੀ ਜਾਈਏ, ਤੁਸੀਂ ਉਹਨੂੰ ਇਕਨੋਮਿਕ ਕੈਟਾਗਰਾਈਜੇਸ਼ਨ ਵੀ ਕਰ ਸਕਦੇ ਹੋ, ਕਾਸਟ ਦੇ ਬੇਸ ਤੇ ਵੀ ਕਰ ਸਕਦੇ ਹੈਗੇ ਹੋ। ਜਿਹੜੀ ਹੈ ਦੋ ਚੀਜ਼ਾਂ ਨੇ, ਇੱਕ ਸਿਧਾਂਤ ਹੈ ਤੇ ਇੱਕ ਅਮਲ ਹੈ। ਸਿਧਾਂਤ ਦੇ ਲੈਵਲ ਤੇ ਤਾਂ ਜਸਪਾਲ ਹੋਰਾਂ ਨੇ ਕਲੀਅਰ ਗੱਲ ਕਰ ਦਿੱਤੀ ਹੈ ਕਿ ਜਾਤ ਪਾਤ ਦਾ ਕੋਈ ਕਨਸੈਪਟ ਹੀ ਨਹੀਂ ਹੈਗਾ, ਲੇਕਿਨ ਜਦੋਂ ਅਮਲ ਦੀ ਗੱਲ ਆਉਂਦੀ ਹੈਗੀ ਹੈ ਉੱਥੇ ਫਿਰ ਮਤਲਬ ਜਿਹੜੀ ਹੈ ਜਦੋਂ ਤੁਸੀਂ ਪਾਵਰ ਕੈਪਚਰ ਕਰਨੀ ਹੈ ਜਾਂ ਆਪਣੇ ਗ੍ਰੀਡ ਨੂੰ ਸੈਟੀਸਫਾਈ ਕਰਨਾ ਹੈਗਾ ਤੇ ਤੁਸੀਂ ਉੱਥੇ ਫਿਰ ਜਿਹੜੀ ਰੂਲਡ ਕਲਾਸ ਹੈ, ਰੂਲਿੰਗ ਕਲਾਸ ਨੂੰ ਕਿਵੇਂ ਯੂਜ਼ ਕਰਦੀ ਹੈ ਡਿਵਾਈਡ ਕਰਨ ਦੇ ਲਈ, ਉਹ ਮੇਨ ਚੀਜ਼ ਹੈ। ਮੈਂ ਹਿਸਟੋਰੀਕਲ ਜਿਹੜੇ ਉਹਦੇ ਚ ਨਹੀਂ ਜਾਊਂਗਾ, ਮੈਂ ਤਾਂ ਸਿੰਪਲੀ ਜਿਹੜਾ ਸਾਡੀ ਸਪਿਰਿਟ ਆਫ ਮਤਲਬ ਜਿਹੜਾ ਸਿੱਖੀਜ਼ਮ ਉਹਦੇ ਵਿੱਚ ਇੱਕ ਕਲੀਅਰ ਲਿਖਿਆ ਹੋਇਆ ਕਿ ਅੱਲਾਹ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਜਾਂ ਉਹਦੇ ਗੁਰੂ ਨਾਨਕ ਨੇ ਵੀ ਕਿਹਾ ਸੱਚੋਂ ਰੇ ਸਭ ਕੋ ਉੱਪਰ ਸੱਚ ਅਚਾਰ। ਸਾਡਾ ਜਿਹੜਾ ਸਿੱਖ ਪੰਥ ਜਿਹੜੀ ਗੱਲ ਕਰਦੇ ਨੇ ਕਹਿਣੀ ਤੇ ਕਥਨੀ ਚ ਬਹੁਤ ਫਰਕ ਹੈ। ਮਤਲਬ ਜਿਹੜਾ ਹੈ ਮਤਲਬ ਜਿਹੜੀ ਸਪਿਰਿਟ ਕੁਛ ਹੈ ਤੇ ਲੈਟਰ ਦੇ ਵਿੱਚ ਅਮਲ ਦੇ ਵਿੱਚ ਜਿਹੜਾ ਹੈ ਸਾਰੀਆਂ ਡਿਵੀਜ਼ਨਸ ਨੇ। ਅਦਰਵਾਈਜ਼ ਤੁਸੀਂ ਸਾਰੇ ਧਰਮਾਂ ਨੂੰ ਛੱਡ ਦਿਓ, ਇਹ ਜਿਹੜੀ ਕਾਸਟ ਜਿਹੜਾ ਸਿਸਟਮ ਸੀ ਇਹ ਤਾਂ ਸਾਰੀ ਜਗ੍ਹਾ ਤੇ ਸੀ। ਇਹ ਤਾਂ ਮਤਲਬ ਜਿਹੜਾ ਹੈ ਅਮਲ ਦੇ ਲੈਵਲ ਦੇ ਉੱਤੇ ਤੁਸੀਂ ਡਿਵੀਜ਼ਨ ਆਫ ਲੇਬਰ ਕੀਤੀ ਹੋਈ ਹੈ, ਲੇਕਿਨ ਜਦੋਂ ਤੁਸੀਂ ਇਹਨੂੰ ਚੌਧਰ ਦੇ ਨਾਲ ਜੋੜ ਲੈਂਦੇ ਹੈਗੇ ਹੋ, ਜਿਹੜੀ ਹੈ ਤੁਹਾਡੀ ਈਗੋ ਜਿਹੜੀ ਡੋਮੀਨੇਟ ਕਰਨ ਦੇ ਲਈ ਤੁਸੀਂ ਕਰਦੇ ਹੈਗੇ ਹੋ, ਉਹ ਜਿਹੜਾ ਜੋ ਕੁਝ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋੜਨ ਦੀ ਗੱਲ ਕੀਤੀ ਗਈ ਹੈ ਉਹ ਹੁਣ ਆਪਾਂ ਤੋੜਨ ਦੀ ਗੱਲ ਕਰ ਰਹੇ ਹੈਗੇ ਹਾਂ। ਗੁਰਦੁਆਰੇ ਵੀ ਵੱਖਰੇ ਬਣ ਰਹੇ ਨੇ। ਜਦੋਂ ਤੁਸੀਂ ਜਿਹੜਾ ਖੰਡੇ ਬਾਟੇ ਤੇ ਅੰਮ੍ਰਿਤ ਦੀ ਗੱਲ ਕਰਦੇ ਹੋ ਜਾਂ ਕਾਮਨ ਕਿਚਨ ਦੀ ਗੱਲ ਕਰਦੇ ਹੋ ਜਾਂ 3 ਸੈਂਟਰਲ ਪ੍ਰਿੰਸੀਪਲ ਜਿਹੜੇ ਬਾਬੇ ਨਾਨਕ ਨੇ ਦਿੱਤੇ ਨੇ, ਉਹਨੇ ਤਾਂ ਇਹ ਕਿਹਾ ਹੀ ਨਹੀਂ ਹੈ ਕਿ ਤੁਸੀਂ ਚਲੇ ਜਾਓ ਜੰਗਲਾਂ ਦੇ ਵਿੱਚ ਉਹਦੇ ਕਰਨ ਲਈ ਭਗਤੀ। ਉਹਨਾਂ ਨੇ ਤਾਂ ਪਹਿਲਾਂ ਕਿਹਾ ਹੈਗਾ ਕਿ ਮਤਲਬ ਕਿਰਤ ਕਰੋ, ਪਹਿਲਾਂ ਕਿਰਤ ਤੇ ਆਉਂਦੇ ਨੇ, ਫਿਰ ਮਤਲਬ ਜਿਹੜਾ ਹੈਗਾ ਵੰਡ ਛਕੋ ਤੇ ਫਿਰ ਨਾਮ ਜਪੋ। ਜਦੋਂ ਤੁਹਾਡੇ ਕੋਲ ਸਮਾਂ ਬਚਦਾ ਫਿਰ ਤੁਸੀਂ, ਗੱਲ ਤਾਂ ਸਾਰੀ ਟਿਊਨਿੰਗ ਹੈ, ਉਹ ਟਿਊਨਿੰਗ ਮੈਂ ਹੁਣ ਜਿਹੜੀ ਗੱਲ ਜਿਹੜੀ ਹੈ ਅੱਗੇ ਜਿਹੜੀ ਹੈ ਪ੍ਰੀਤਮ ਰਪਾਲ ਹੋਰਾਂ ਦੇ ਕੋਲੇ ਲਿਜਾਣੀ ਚਾਹੁੰਦਾ। ਇਹ ਜਿਹੜੀ ਬਰਿਆਈ ਜਿਹੜੀ ਸਿੱਖ ਸਮਾਜ ਦੀ ਆਪਾਂ ਬਰਿਆਈ ਦੀ ਗੱਲ ਕਰਦੇ ਹਾਂ, ਜਾਤ ਪਾਤ ਦੀ ਗੱਲ ਕਰਦੇ ਹਾਂ, ਰਪਾਲ ਸਾਹਿਬ ਲੱਗਦਾ ਇਹਦੇ ਨਾਲ ਜਿਵੇਂ ਪਹਿਲਾਂ ਜਸਪਾਲ ਹੋਰਾਂ ਨੇ ਇਸ਼ਾਰਾ ਕੀਤਾ ਕਿ ਐਕਚੁਅਲੀ ਇਹ ਕਾਊਂਟਿੰਗ ਆਫ ਹੈਡਸ ਹੈ, ਜਾਨੀ ਲੋਕਤੰਤਰ ਦੇ ਵਿੱਚ ਵੋਟਾਂ ਦਾ ਜਿਹੜੀ ਇੰਪੋਰਟੈਂਸ ਹੈ ਉਹ ਇੱਕ ਵੱਡਾ ਕਾਰਨ ਹੈ। ਇਸ ਸਿੱਖ ਧਰਮ ਦੇ ਵਿੱਚ ਜਿਹੜੀ ਜਾਤ ਪਾਤ ਬਿਲਕੁਲ ਮੁੱਢੋਂ ਗੁਰਾਂ ਨੇ ਖਤਮ ਕੀਤੀ ਸੀ, ਉਹਦੀ ਰਿਵਾਈਵਲ ਤੇ ਉਸ ਦਾ ਪਾਲਣਾ ਵੋਟਾਂ ਕਰਕੇ। ਕੀ ਇਹ ਸਹੀ ਗੱਲ ਹੈ? ਬਿਲਕੁਲ, ਇਹ ਗੱਲ ਬਿਲਕੁਲ ਸਹੀ ਹੈ ਸਿੱਧੂ ਸਾਹਿਬ। ਗੱਲ ਤਾਂ ਇਹ ਵੀ ਪਹਿਲਾਂ ਤਾਂ ਇੱਕ ਸਿੱਖ ਧਰਮ ਦਾ ਜਿਹੜਾ ਕੰਸੈਪਟ ਸੀ ਜਾਤ ਪਾਤ ਨੂੰ ਤੋੜਨ ਵਾਲੀ ਗੱਲ, ਤੇ ਨਾਲ ਹੀ ਜਿਹੜੀ ਦੇਖੋ ਸੱਤਾ, ਸਿੱਖ ਧਰਮ ਕਿਤੇ ਸੱਤਾ ਨੂੰ ਨਗੇਟ ਨਹੀਂ ਕਰਦਾ, ਤੇ ਇਹ ਸਿੱਖ ਸਿਧਾਂਤ ਜ਼ਰੂਰ ਕਹਿੰਦਾ ਵੀ ਸੱਤਾ ਕਿਹਦੇ ਹੱਥ 'ਚ ਹੋਵੇ, ਰਾਜ ਕੌਣ ਕਰੇ, ਹਨਾ, ਇਹ ਬੜਾ ਸਪਸ਼ਟ ਹੈ ਗੱਲ। ਤੇ ਹੁਣ ਜਦੋਂ ਕਿਉਂਕਿ ਇੱਕ ਪੈਟਰਨ ਜਿਹੜਾ ਇੱਕ ਪਹਿਲਾਂ ਸਾਡੇ ਕੋਲੇ ਸੱਤਾ ਹਾਸਲ ਕਰਨ ਦਾ ਇੱਕ ਸੋ ਕਾਲਡ ਇੱਕ ਪਾਰਲੀਮੈਂਟ ਸਿਸਟਮ, ਸੋ ਕਾਲਡ ਇੱਕ ਡੈਮੋਕ੍ਰੈਟਿਕ ਸਿਸਟਮ ਅੰਗਰੇਜ਼ਾਂ ਵੇਲੇ ਤੋਂ ਛੱਡ ਕੇ, ਤੇ ਹਾਂਜੀ, ਤੇ ਉਹ ਕਿਉਂਕਿ ਉਹਦੇ ਚ ਜਿੱਦਾਂ ਜਸਪਾਲ ਜੀ ਹੋਰਾਂ ਨੇ ਗੱਲ ਕੀਤੀ ਹੈ ਕਿ ਉਹਦੇ ਚ ਜਦੋਂ ਵੋਟਾਂ ਦੇ ਲਈ ਕਿਸੇ ਨੂੰ ਵਰਤਿਆ ਜਾਂਦਾ, ਉੱਥੇ ਕਾਸਟ ਜਿਹੜੀ ਹੈ ਸੀ, ਜਿਹੜਾ ਸਿੱਖ ਧਰਮ ਦਾ ਜਿਹੜਾ ਜਾਤ ਪਾਤ ਨੂੰ ਤੋੜਨ ਵਾਲਾ ਕੰਸੈਪਟ ਸੀਗਾ, ਉਹ ਦੁਬਾਰਾ ਤੋਂ ਫੇਰ ਉਹ ਭਾਰੂ ਹੋ ਗਿਆ। ਕਿਉਂਕਿ ਸਾਡੀ ਸੋਸਾਇਟੀ ਜਦੋਂ ਫਿਊਡਲ ਦੇ ਵਿੱਚੋਂ, ਕਿਉਂਕਿ ਮੈਂ ਉਸ ਇਲਾਕੇ ਨੂੰ ਬਿਲੋਂਗ ਕਰਦਾ ਜਿੱਥੇ ਪੈਪਸੂ ਮੁਜ਼ਾਹਰਾ ਮੂਵਮੈਂਟ ਲੜੀ ਗਈ ਹੈ ਬਹੁਤ ਵੱਡੀ, ਭਾਵੇਂ ਉਹ ਇਸ ਸੱਚ ਉਹ ਜਾਤ ਦੇ ਆਧਾਰ ਤੇ ਨਹੀਂ ਸੀ, ਪਰ ਜਿਹੜੇ ਮੁਜ਼ਾਹਰੇ ਸੀ ਉਹ ਬੇਜ਼ਮੀਨੇ ਸੀਗੇ, ਭਾਵੇਂ ਉਹ ਹੋਰ ਜਾਤਾਂ ਨਾਲ ਸੰਬੰਧਿਤ, ਭਾਵੇਂ ਉਹਨਾਂ ਚ ਜੱਟ ਸੀ ਬਹੁਤ ਤੇ ਹਾਂਜੀ ਜੱਟ ਸਿੱਖ ਸੀਗੇ, ਤੇ ਪਰ ਇਹ ਕਿਉਂਕਿ ਉਦੋਂ ਲੜਾਈ ਜਿਹੜੀ ਜਗੀਰਦਾਰਾਂ ਨਾਲ ਰਜਵਾੜਿਆਂ ਨਾਲ, ਤੇ ਉਸ ਜਿਹੜਾ ਲੜਾਈ ਦਾ ਹੁਣ ਇੱਥੇ ਇੱਕ ਜਿਹੜੀ ਨਵੀਂ ਗੱਲ ਐਡ ਹੁੰਦੀ ਹੈ, ਉਹ ਅਸੀਂ ਚਲੋ ਗੱਲ ਭਾਵੇਂ ਆਪਾਂ ਸਿੱਖੀ ਦੀ ਕਰਦੇ ਹਾਂ, ਪਰ ਇੱਕ ਜਿਹੜਾ ਲੈਫਟ ਦਾ ਜਿਹੜਾ ਇੰਟਰਵੈਂਸ਼ਨ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਕਿਸਾਨੀ ਦੀ ਮੂਵਮੈਂਟ ਦੇ ਵਿੱਚ, ਉਹ ਵੀ ਕਾਮਯਾਬ ਮੈਂ ਸਮਝਦਾ ਨਹੀਂ ਹੋਇਆ ਇਸ ਜਾਤ ਪਾਤ ਦੇ ਜਿਹੜਾ ਸੀ ਇਹਨੂੰ ਤੋੜਨ ਵਾਸਤੇ। ਜਿਹੜਾ ਜਾਂ ਅਸੀਂ ਤਾਂ ਹੁਣ ਗੱਲ ਸਿੱਖੀ ਦੀ ਕਰਦੇ ਹਾਂ ਜਿਵੇਂ ਜਸਪਾਲ ਜੀ ਹੋਰਾਂ ਨੇ ਗੱਲ ਕੀਤੀ, ਪਰ ਬਾਅਦ ਦੇ ਵਿੱਚ ਤਾਂ ਦੁਬਾਰਾ ਫੇਰ ਸਿੱਖਾਂ ਨੇ ਖਾਸ ਕਰਕੇ ਜਿਹੜੀ ਸਿੱਖਾਂ ਦੀ ਸ਼ੁਰੂ ਤੋਂ ਮੋਰਚਾ ਲਾਉਣ ਵਾਲੀ ਜਿਹੜੀ ਧਿਰ ਹੈ ਅਕਾਲੀ ਦਲ, ਉਹਨੇ ਇਹਨੂੰ ਪੱਕਾ ਕੀਤਾ। ਉਹਨਾਂ ਨੇ ਰਿਜ਼ਰਵੇਸ਼ਨ ਦਿਵਾਉਣ ਵਾਸਤੇ ਮਜ਼੍ਹਬੀ ਸਿੰਘਾਂ ਨੂੰ ਜਾਂ ਰਮਦਾਸੀਏ ਸਿੰਘਾਂ ਨੂੰ ਮੋਰਚੇ ਲਾਏ ਤੇ ਬਕਾਇਦਾ ਆਪਣੇ ਵਿੰਗ ਬਣਾਏ,
ਬੜੀ ਕਮਾਲ ਦੀ ਗੱਲ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹਲਕੇ ਹੈ, ਜਿਹੜੇ ਉਹਨਾਂ ਦੇ ਰਿਜ਼ਰਵ ਹਲਕੇ ਨੇ, ਉਹ ਬਰਾਬਰ ਇੱਕ ਜਨਰਲ ਦਾ ਹਲਕਾ ਹੈ। ਤੇ ਹਾਲਾਂਕਿ ਸਾਡੇ ਪਾਰਲੀਮੈਂਟ ਸਿਸਟਮ 'ਚ ਨਹੀਂ ਹੈਗੇ ਇਦਾਂ, ਜਿਹੜੇ ਰਿਜ਼ਰਵ ਦੇ ਹਲਕੇ ਉਹ ਰਿਜ਼ਰਵ ਦੇ ਹੈ, ਪਰ ਐਸਜੀਪੀਸੀ ਦੇ ਵਿੱਚ ਜਿਹੜੇ ਰਿਜ਼ਰਵ ਦੇ ਹਲਕੇ ਹੈ ਬਰਾਬਰ ਇੱਕ ਜਨਰਲ ਦਾ ਹਲਕਾ ਵੀ ਹੈ। ਸਿਰਫ ਇਸ ਕਰਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਵੀ ਚਲੋ ਤੁਸੀਂ ਵੀ ਸਾਡੇ ਨਾਲ ਹੋ, ਤੇ ਉਹਨਾਂ ਨੇ ਇੱਕ ਬਰਾਬਰ ਏਦਾਂ ਉਸੇ ਸਿਸਟਮ ਨੂੰ ਉਹਨਾਂ ਨੇ ਜਿਹੜਾ ਇੱਕ ਸਾਡੀ ਹਿੰਦੂ ਨੇਸ਼ਨ ਸਟੇਟ ਦਾ ਜਿਹੜਾ ਸਿਸਟਮ ਬਣ ਕੇ ਸਾਹਮਣੇ ਆਇਆ ਇੰਡੀਆ ਦਾ, ਉਹ ਇਹਨਾਂ ਨੇ ਉਵੇਂ ਹੀ ਲਾਗੂ ਰੱਖਿਆ ਤੇ ਸਿੱਖ ਧਰਮ ਨੂੰ ਜਾਂ ਸਿੱਖਾਂ ਨੂੰ ਉਹਦੇ ਪਿਛਲੱਗ ਬਣਾਇਆ। ਇਹ ਜਸਪਾਲ ਜਿਹੜੀ ਰੁਪਾਲ ਹੋਰਾਂ ਨੇ ਗੱਲ ਕੀਤੀ ਹੈ, ਇਹ ਬੜੀ ਦਿਲਚਸਪ ਹੈ ਕਿ ਇਹ ਨੀਵੇਂ ਜਿਨ੍ਹਾਂ ਨੂੰ ਆਪਾਂ ਦਲਿਤ ਕਹਿੰਦੇ ਹਾਂ, ਦਲਿਤ ਵਾਲਿਆਂ ਦੇ ਉਜਰ ਹੈ ਕਿ ਸਾਨੂੰ ਸਵਰਨ ਜਿਹੜੇ ਆ ਜਾਂ ਉੱਚ ਜਾਤੀਆਂ ਵਾਲੇ ਜਿਹੜੇ ਸਾਡੇ ਨਾਲ ਧੱਕਾ ਕਰਦੇ ਆ, ਵਿਤਕਰਾ ਕਰਦੇ ਆ ਜਾਤ ਦੇ ਨਾਂ ਦੇ ਉੱਤੇ। ਜਦੋਂ ਕਿ ਗੱਲ ਜਦੋਂ ਇਹ ਨਿਕਲਦੀ ਹੈ ਕਿ ਇੱਕ ਲੈਵਲ ਤੇ ਆ ਕੇ ਵੋਟਾਂ ਵਾਸਤੇ, ਵੋਟਾਂ ਦੇ ਵਿੱਚ ਸੀਟਾਂ ਲੈਣ ਵਾਸਤੇ ਤੁਸੀਂ ਖੁਦ ਜਿਹੜੇ ਹੈ ਸਰਕਾਰੀ ਦਰਬਾਰੇ ਇਹ ਮੰਨਦੇ ਹੋ ਕਿ ਅਸੀਂ ਅਨੁਸੂਚਿਤ ਜਾਤੀਆਂ ਜਾਂ ਦਲਿਤ ਹਾਂ, ਮੰਨਦੇ ਹੋ, ਤਾਂ ਇਹ ਲੱਗਦਾ ਕਿ ਆਪਣੇ ਆਪ ਜਿਹੜੀ ਗੁਰੂ ਨੇ ਇਹਨਾਂ ਨੂੰ ਬਰਾਬਰੀ ਦਾ ਹੱਕ ਦਿੱਤਾ ਸੀ, ਇਹ ਵੋਟਾਂ ਦੇ ਵਿੱਚ ਪੋਜੀਸ਼ਨਾਂ ਪਾਉਣ ਵਾਸਤੇ ਆਪਣੇ ਆਪ ਉਹ ਹੱਕ ਜਿਹੜਾ ਸੀ, ਜਿਹੜਾ ਕੀਮਤੀ ਹੱਕ ਸੀ, ਉਸ ਤੋਂ ਬਿਰਬੇਰ ਹੋ ਗਏ ਨੇ। ਇਹ ਗੱਲ ਰੁਪਾਲ ਦੀ ਕਾਫੀ ਹੱਦ ਤੱਕ ਠੀਕ ਹੈ। ਮੈਂ ਇਸ ਨੂੰ ਬਜ਼ਾਰਾ ਮੂਵਮੈਂਟ ਨੂੰ ਹੋਰ ਵੀ ਥੋੜਾ ਜਿਹਾ ਇੱਕ ਲਾਈਨ ਕਹਿਣਾ ਚਾਹੂੰ ਇਹਦੇ 'ਚ ਐਡ ਕਰਨੀ। ਜਦੋਂ ਉਹੀ ਮਜਾਰੇ ਜ਼ਮੀਨਾਂ ਦੇ ਮਾਲਕ ਬਣ ਗਏ ਇਸੇ ਇਹਨਾਂ ਦੇ ਇਲਾਕੇ ਦੇ ਵਿੱਚ, ਮਾਨਸਾ ਦੇ ਵਿੱਚ, ਉਹਨਾਂ ਦਾ ਸਾਰਾ ਰੁਖ ਬਦਲ ਗਿਆ। ਉਹ ਲੈਂਡਲਾਰਡ ਤੇ ਦੂਜੇ ਤਰੀਕੇ ਨਾਲ ਦਲਿਤਾਂ ਨਾਲ ਦੂਸਰਾ ਵਿਹਾਰ ਕਰਨ ਲੱਗ ਗਏ। ਇਹ ਸਾਰਾ ਇਹਦੇ ਇਸੇ ਕਰਕੇ ਮੈਂ ਜਿਹੜੀ ਪਹਿਲਾਂ ਗੱਲ ਸ਼ੁਰੂ ਕੀਤੀ ਸੀ, ਕਲਾਸ ਤੇ ਕਾਸਟ ਸਾਰੇ ਥਾਂ ਕੱਸੀ ਜਾਂਦੀ ਹੈ। ਇੱਥੇ ਸਾਡੇ ਯੂਰਪ ਦੇ ਵਿੱਚ ਹਜੇ ਉੱਥੇ ਰੇਸ ਆ ਜਾਂਦੀ ਹੈ, ਕਾਸਟ ਰੇਸ, ਜਿਹੜਾ ਪਾਪੂਲਿਜ਼ਮ ਹੈ ਡੈਮੋਕ੍ਰੈਟਿਕ ਸੈਟਅਪ ਦਾ, ਜਿਹਦੇ ਉੱਤੇ ਹੁਣ ਇਹ ਲੋਕਾਂ ਨੂੰ ਪਾਪੂਲਰ ਕਰਕੇ ਤੇ ਨਾਅਰੇ ਦੇ ਕੇ ਵੱਡੇ ਵੱਡੇ ਲੁਭਾਣੇ ਨਾਅਰੇ ਜੇ ਦੇ ਕੇ ਸਾਰੇ ਲੋਕਾਂ ਨੂੰ ਇਕੱਠੇ ਕਰਦੇ ਆ। ਉਹਦੇ ਵਿੱਚ ਕਲਚਰ ਦਾ ਰੋਲ ਹੈ, ਰਿਲੀਜਨ ਦਾ ਰੋਲ ਹੈ, ਕਾਸਟ ਦਾ ਰੋਲ ਹੈ। ਉਹ ਸਾਰੇ ਕਲਚਰਲ ਰੋਲ ਜਿਹੜੇ ਇਕਨੋਮਿਕਸ ਤੋਂ ਪਾਸੇ ਹੁੰਦੇ ਆ, ਇਕਨੋਮਿਕ ਵੀ ਖੜੀ ਆ ਕਲਾਸ, ਪਰ ਨਾਲ ਸਾਡਾ ਕਾਸਟ ਹੈ ਜਿਹੜਾ ਉਹ ਸਾਰਾ ਇਸ ਕਿਸਮ ਦਾ ਕਲਚਰਲ ਰੋਲ ਖੜਾ ਹੁੰਦਾ, ਜਿਹੜਾ ਕਿ ਅਸੀਂ ਲੈਫਟ ਵਾਲੇ ਇਗਨੋਰ ਕਰਦੇ ਰਹੇ ਆ। ਬਹੁਤਾ ਕੱਲਾ ਕਾਸਟ ਤੇ ਕੱਲਾ ਇਕਨੋਮਿਕ ਤੇ ਖੜੇ ਰਹੇ ਆ। ਇਹ ਨਾਲ ਬਰਾਬਰ ਚੱਲਦਾ, ਇਹ ਮੋਟੀਵੇਟ ਕਰਦਾ, ਜਿਹਦੇ 'ਚ ਲੈਫਟ ਵਾਲੇ ਕਾਮਯਾਬ ਨਹੀਂ ਹੋ ਸਕੇ ਇਸੇ ਕਰਕੇ। ਕੱਲਾ ਇਕਨੋਮਿਕਸ ਦੇ ਉੱਤੇ ਚੱਲਦਾ ਨਹੀਂ। ਇਸ ਕਰਕੇ ਜਿਹੜਾ ਤੁਸੀਂ ਕਿਹਾ ਵੀ ਜੇ ਦਲਿਤਾਂ ਦੀ ਇਹ ਜ਼ਰੂਰਤ ਵੀ ਹੋ ਗਈ ਵੀ ਉਹਨਾਂ ਨੂੰ ਪਾਵਰ ਸਟਰਕਚਰ ਵਿੱਚ ਸ਼ੇਅਰ ਮਿਲੇ, ਤਾਂ ਆਪਦੀ ਰੈਜ਼ਰਵੇਸ਼ਨ ਲਈ ਲੜਾਈਆਂ ਵੀ ਲੜਨ ਲੱਗ ਗਏ। ਉਹ ਕਈ ਵਾਰੀ ਝੂਠੇ ਵੀ ਬੰਦੇ, ਹੋਰਾਂ ਸਾਈਡਾਂ ਤੋਂ ਆ ਕੇ ਬੰਦੇ ਵੀ ਦਲਿਤ ਬਣਨ ਨੂੰ ਤਿਆਰ ਹੋ ਗਏ। ਸਵਾਲ ਇਹ ਹੋਇਆ ਵੀ ਤੁਸੀਂ ਇਕਨੋਮਿਕ ਜਿਹੜਾ ਸੈਟਅਪ ਹੈ ਸਾਰਾ, ਇਹ ਇਕਨੋਮਿਕ ਸੈਟਅਪ ਜਿਹੜਾ ਦੇ ਰਾਹੀਂ ਦਲਿਤਾਂ ਦੇ ਰਾਹੀਂ ਇੱਕ ਸ਼ੇਅਰ ਲੈਂਦੇ ਹੋ। ਜੇ ਅਸੀਂ ਦੇਖੀਏ ਪੁਰਾਣਾ ਪੂਨਾ ਪੈਕਟ ਤੋਂ ਸਵਾਲ ਇਹ ਸੀ ਵੀ ਤੁਸੀਂ ਦਲਿਤਾਂ ਨਾਲ ਕਿਸ ਕਿਸਮ ਦਾ, ਇਹਨਾਂ ਨਾਲ ਪਾਵਰ ਸਟਰਕਚਰ ਵਿੱਚ ਕਿਸੇ ਕਿਸਮ ਦਾ ਰਿਲੇਸ਼ਨ ਕਰਨਾ ਹੈ। ਕਾਂਗਰਸ ਦਾ ਉੱਥੋਂ ਸ਼ੁਰੂ ਹੋਇਆ ਸੀ, ਜਿਹੜਾ ਪੂਨਾ ਪੈਕਟ ਹੋਇਆ ਸੀ, ਉਹ ਰਿਲੇਸ਼ਨ ਇਹਨਾਂ ਦਾ ਇੱਕ ਹੈਗਾ, ਪਾਵਰ ਸਟਰਕਚਰ ਵਿੱਚ ਸ਼ੇਅਰ ਕਰਾਉਂਦੇ ਆ ਇਹਨਾਂ ਨੂੰ ਸਾਰਿਆਂ ਨੂੰ। ਠੀਕ ਨਹੀਂ ਰੱਖਣਾ, ਉਹਨਾਂ ਨੂੰ ਬਰਾਬਰ ਨਹੀਂ ਕਰਨਾ, ਕਾਸਟ ਨਹੀਂ ਤੋੜਨੀ, ਪਾਵਰ ਸਟਰਕਚਰ ਵਿੱਚ ਇੱਕ ਸ਼ੇਅਰ ਦੇ ਵਿੱਚ ਉੱਥੇ ਰੱਖਣਾ ਥਾਂ ਤੇ ਕਾਸਟ ਨੂੰ ਹੋਰ ਪੱਕਾ ਕਰਨਾ। ਕਿ ਅਨੁਸੂਚਿਤ ਜਾਤੀ, ਦਲਿਤ ਜਾਤੀਆਂ ਪਾਵਰ ਸ਼ੇਅਰਿੰਗ ਵਾਸਤੇ, ਰੈਜ਼ਰਵੇਸ਼ਨ ਲੈਣ ਵਾਸਤੇ ਖੁਦ ਕਾਗਜ਼ਾਂ ਦੇ ਵਿੱਚ ਆਪਣੇ ਆਪ ਨੂੰ ਉਹ ਬਰਾਬਰੀ ਦਾ ਅਧਿਕਾਰ ਤੋਂ ਵਾਂਝਿਆ ਕਰ ਲੈਂਦੀਆਂ ਨੇ, ਜਿਹੜਾ ਗੁਰੂਆਂ ਨੇ ਉਹਨਾਂ ਨੂੰ ਦਿੱਤਾ ਹੈ। ਨਹੀਂ, ਇਹ ਮੈਂ ਮਤਲਬ ਜਿਹੜਾ ਇਸ ਇਸ਼ੂ ਨੂੰ ਦੋ ਲੈਵਲ ਤੇ ਦੇਖਦਾ, ਇੱਕ ਸਾਈਕੋਲੋਜੀਕਲ ਲੈਵਲ ਦੇ ਉੱਤੇ ਤੇ ਇੱਕ ਮਤਲਬ ਜਿਹੜਾ ਪ੍ਰੈਕਟੀਕਲ ਲੈਵਲ ਦੇ ਉੱਤੇ। ਜਦੋਂ ਪ੍ਰੈਕਟੀਕਲ ਲੈਵਲ ਮਤਲਬ ਆਉਂਦਾ ਹੈ ਉਹਦੇ ਉੱਤੇ ਤਾਂ ਇਹ ਰੈਜ਼ਰਵੇਸ਼ਨ ਜਿਹੜਾ ਹੈ ਬੈਨੀਫਿਟ ਉਹਦਾ ਲੈਣਾ ਚਾਹੁੰਦੇ ਨੇ, ਤੇ ਜਦੋਂ ਸਾਈਕੋਲੋਜੀਕਲ ਲੈਵਲ ਦੇ ਉੱਤੇ ਆਉਂਦਾ ਤਾਂ ਅਸੀਂ ਜਦੋਂ ਕੋਈ ਗੱਲ ਕਰਦੇ ਹਾਂ ਤਾਂ ਕਹਿੰਦੇ ਸਾਡੇ ਲਈ ਜਾਤੀ ਸੂਚਕ ਜਿਹੜਾ ਸ਼ਬਦ ਯੂਜ਼ ਕੀਤਾ ਹੈਗਾ ਤੇ ਉਹ ਇਟਸ ਅ ਗੇਮ ਆਫ ਕਨਵੀਨੀਅੰਸ। ਬਾਕੀ ਰਹਿ ਗਿਆ ਹੈਗਾ ਜਿਹੜਾ ਇਹ ਮਤਲਬ ਜਿਹੜੀ, ਫਿਰ ਮੈਂ ਉੱਥੇ ਹੀ ਆਉਣਾ ਕਿ ਸਿੱਖ ਸਪਿਰਿਟ ਹੈ ਤੇ ਜਿਹੜਾ ਉਹਦਾ ਪਹਿਰਾਵਾ। ਜੇ ਤੁਸੀਂ ਲੋਕਾਂ ਦੇ ਪਹਿਰਾਵੇ ਨੂੰ ਦੇਖੋਗੇ ਅਮਲ ਦੇ ਵਿੱਚ, ਫਿਰ ਤਾਂ ਇੱਥੇ ਵੱਡੇ ਵੱਡੇ ਸਿੱਖ ਬੈਠੇ ਨੇ ਜਿਹੜੇ ਸਿੱਖ ਸਿਧਾਂਤ ਦੇ ਬਿਲਕੁਲ ਨੇੜੇ ਨਹੀਂ ਹੈਗੇ। ਸੋ ਇਟ ਇਜ਼ ਸਿੰਪਲੀ, ਜੇ ਤੁਸੀਂ ਕਹਿੰਦੇ ਪੋਲਿਟਿਕਸ ਇਜ਼ ਅ ਗੇਮ ਆਫ ਕਨਵੀਨੀਅੰਸ, ਇਹ ਜਿਹੜੀ ਜਾਤ ਪਾਤ ਹੈ ਜਾਂ ਪਾਵਰ, ਗੱਲ ਤਾਂ ਸਿਰਫ ਪਾਵਰ ਤੇ ਗਲੋਰੀ ਦੀ ਹੈ। ਜਿਹੜਾ ਸਿੱਖ ਸਿਧਾਂਤ ਹੈ ਗਲੋਰੀ ਦੀ ਗੱਲ ਕਰਦਾ ਹੈਗਾ, ਤੇ ਅਸੀਂ ਜਿਹੜਾ ਜਾਤ ਪਾਤ ਨੂੰ ਇੱਕ ਟੂਲ ਦੇ ਤੌਰ ਤੇ ਯੂਜ਼ ਕਰ ਰਹੇ ਹੈਗੇ। ਪਾਵਰ ਜਿਹੜਾ ਹੈ, ਪਾਵਰ ਨੂੰ ਕੈਪਚਰ ਕਰਨਾ, ਉਹਨੂੰ ਐਕਸਪੈਂਡ ਕਰਨਾ, ਉਹਨੂੰ ਰਿਟੇਨ ਕਰਨਾ। ਜਿਹੜਾ ਇਹ ਵਿਰਵਾ ਕਰਨ ਗੱਲ ਇਹ ਹੈ ਕਿ ਜਦੋਂ ਮੂਲ ਮੰਤਰ ਦੀ ਗੱਲ ਕਰਦੇ ਆ ਨਿਰਭਉ ਨਿਰਵੈਰ, ਜਦੋਂ ਜੇ ਇਹ ਆਪ ਹੀ ਮਤਲਬ ਜਿਹੜੇ ਸ਼ਡਿਊਲ ਕਾਸਟ ਨੇ ਜਾਂ ਜਿਹੜੇ ਵੀ ਮਤਲਬ ਜਿਹੜਾ ਜਾਤ ਪਾਤ ਦੇ ਉੱਤੇ ਤੁਸੀਂ ਕਹਿੰਦੇ ਹੋ, ਜੇ ਉਹ ਮਤਲਬ ਆਪਣੇ ਹੱਕਾਂ ਦੇ ਲਈ ਆਪ ਨਹੀਂ ਲੜਨਾ ਚਾਹਣਗੇ, ਜੇ ਉਹ ਚੀਜ਼ ਨੂੰ ਰੱਦ ਹੀ ਨਹੀਂ ਕਰਨਗੇ,
ਮੈਂ ਇਹ ਸਮਝਦਾ ਹੈ ਕਿ ਇਹ ਜਿਹੜੀਆਂ ਡਿਵੀਜ਼ਨਸ ਆਰਟੀਫੀਸ਼ੀਅਲ ਨੇ, ਇਹ ਸਿਰਫ ਮਤਲਬ ਪਾਵਰ ਨੂੰ ਕੈਪਚਰ ਕਰਨ ਦੇ ਲਈ ਬਣਾਈਆਂ ਹੋਈਆਂ ਨੇ। ਇਹ ਡਿਵੀਜ਼ਨਸ ਨੂੰ ਜਿਹੜੀਆਂ ਨੇਚਰ ਨੇ ਤਾਂ ਡਿਵੀਜ਼ਨਸ ਬਣਾਈਆਂ ਨਹੀਂ ਹੈ। ਇਸ ਜਿਹੜੀ ਇਹ ਡਿਵੀਜ਼ਨਸ ਨੇ, ਇਹਨਾਂ ਨੂੰ ਕੰਟੈਸਟ ਨਹੀਂ ਕੀਤਾ ਜਾਂਦਾ ਹੈਗਾ ਕਿ ਇਹ ਸਿਰਫ ਅਮਲ ਦੇ ਲੈਵਲ ਦੇ ਡਿਵੀਜ਼ਨ ਹੈ। ਰੁਪਾਲ, ਜਿਹੜੀ ਇਹ ਗੱਲ ਹੈਗੀ ਹੈ, ਜਿਹੜੀ ਜਿਸ ਦਾ ਇਹ ਅੱਜ ਵਾਲੀ ਆਪਣੀ ਚਰਚਾ ਦੇ ਲਈ ਮੁੱਢ ਬਣੀ ਹੈਗੀ ਆ, ਉਹ ਇਹ ਹੈਗੀ ਆ ਕਿ ਨਿਹੰਗਾਂ ਸਿੰਘਾਂ ਦੀਆਂ ਕੁਝ ਜਥੇਬੰਦੀਆਂ ਨੇ ਅਕਾਲ ਤਖਤ ਤੇ ਜਾ ਕੇ ਇਹ ਆਪਣੇ ਜਿਹੜਾ ਹੈਗਾ ਫਰਿਆਦ ਕੀਤੀ ਹੈ ਕਿ ਬਹੁਤ ਸਾਰੀਆਂ ਸੰਪਰਦਾਵਾਂ ਦੇ ਸਿੱਖ ਉਹਨਾਂ ਦਾ ਜਾਤ ਪਾਤ ਦੇ ਆਧਾਰ ਤੇ ਉਹਨਾਂ ਨਾਲ ਵਿਤਕਰਾ ਕਰਦੇ ਨੇ। ਇਹ ਗੱਲ ਕਿੰਨੀ ਕੁ ਸੱਚੀ ਹੈ ਤੇ ਇਹ ਵਿਤਕਰਾ ਕਿੱਦਾਂ ਦਾ? ਤੁਹਾਡੀ ਕੋਈ ਇਹਦੇ ਬਾਰੇ ਸਟੱਡੀ ਹੈ ਜਾਂ ਤੁਸੀਂ ਸੁਣਿਆ ਹੋਇਆ ਹੈ, ਕੁਝ ਨੌਲੇਜ ਹੈ? ਇਹ ਸਿੱਧੂ ਸਾਹਿਬ ਬਿਲਕੁਲ ਇਹ ਗੱਲ ਉਹਨਾਂ ਦੀ ਬਿਲਕੁਲ ਜਿਹੜੀਆਂ ਜਥੇਬੰਦੀਆਂ ਗਈਆਂ ਨੇ, 3 ਜਿਹੜੇ ਨਿਹੰਗ ਸਿੰਘ ਗਏ ਆ ਜਿਨ੍ਹਾਂ ਨੇ ਉਹ ਜਾ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ, ਤੇ ਉਹਨਾਂ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਬਾਅਦ ਦੇ ਵਿੱਚ। ਕਿਉਂਕਿ ਜਿਹੜੀ ਨਿਹੰਗਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ ਜਿਹੜੀ ਚੱਲੀ ਆਉਂਦੀ ਹੈ ਬੁੱਢਾ ਦਲ 96 ਕਰੋੜੀ, ਹਾਂਜੀ, ਤੇ ਨਾਲ ਜਿਵੇਂ ਤਰਨਾ ਦਲ ਹੈ, ਉਹਨਾਂ ਦੇ ਵਿੱਚ ਇਹ ਜਾਤ ਪਾਤ ਬਹੁਤ ਪਰਪੱਕ ਹੈ। ਉਹ ਉਹਨਾਂ ਦੇ ਵਿੱਚ ਉਹਨਾਂ ਦਾ ਲੰਗਰ ਵੀ ਅਲੱਗ ਹੈ। ਉਹ ਜਿੱਦਾਂ ਉਹਨਾਂ ਨੇ ਕਿਹਾ, ਬਿਲਕੁਲ ਠੀਕ ਹੈ, ਵੀ ਜਦੋਂ ਅੰਮ੍ਰਿਤ ਛਕਾਉਂਦੇ ਆ, ਅੰਮ੍ਰਿਤ ਛਕਾਉਣ ਵੇਲੇ ਉਹਨਾਂ ਨੂੰ ਅਲੱਗ ਬਿਠਾਉਂਦੇ ਆ, ਜਾਂ ਕਈ ਵਾਰੀ ਉਹਨਾਂ ਨੂੰ ਸਿਰਫ ਛੂਆਛਾਤ ਜਿਹਨੂੰ ਆਪਾਂ ਕਹਿੰਦੇ ਆ, ਛੂਆਛਾਤ ਪੂਰੀ ਹੈ ਤੇ ਉਹਦੇ ਵਿਹਾਰ ਕੀਤਾ ਜਾਂਦਾ। ਜਿਵੇਂ ਅੱਜ ਤੋਂ ਅੱਧੀ ਸਦੀ ਪਹਿਲਾਂ ਪੰਜਾਬ ਦੇ ਵਿੱਚ ਆਮ ਪਿੰਡ ਦੇ ਜਿਹੜੇ ਦਲਿਤ ਜਾਂ ਸੀਰੀ ਸੀ ਜਾਂ ਮਜਬੀ ਸਿੰਘ ਸੀ, ਉਹਨਾਂ ਨਾਲ ਆਮ ਸੋਸ਼ਲ ਪੱਧਰ ਤੇ ਕੀਤਾ ਜਾਂਦਾ। ਹੁਣ ਦੇਖੋ, 2 ਗੱਲਾਂ ਨਾਲ ਇਕੱਠੀਆਂ ਚੱਲਦੀਆਂ ਨੇ, ਇੱਕ ਧਾਰਮਿਕ ਪੱਖ ਹੈ, ਦੂਜਾ ਸਮਾਜਿਕ ਪੱਖ ਹੈ। ਹੁਣ ਜਿਹੜੇ ਇਹ ਨਿਹੰਗ ਨੇ, ਨਿਹੰਗਾਂ ਦੀਆਂ ਜਥੇਬੰਦੀਆਂ ਨੇ, ਇਹ ਇਕੱਲੀਆਂ ਨਿਹੰਗਾਂ ਦੀਆਂ ਨਹੀਂ। ਚਲੋ ਨਿਹੰਗਾਂ ਬਾਰੇ ਤਾਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਇਹਨਾਂ ਦੇ ਵਿੱਚ ਜਿਹੜਾ ਇੰਟੈਲੈਕਟ ਦਾ ਪੱਧਰ ਹੈ ਜਾਂ ਹੋਰ ਹੈ, ਉਹ ਉਸ ਰੂਪ 'ਚ ਉਹ ਅੱਗੇ ਨਹੀਂ ਆਇਆ। ਤੇ ਹੋਰ ਤੁਸੀਂ ਜਥੇਬੰਦੀਆਂ ਲੈ ਲਓ, ਜਿਵੇਂ ਸੰਪਰਦਾਵਾਂ ਲੈ ਲਓ, ਜਿਵੇਂ ਨਾਮਧਾਰੀ ਨੇ, ਨਾਮਧਾਰੀ ਜਿਹੜੇ ਸਭ ਤੋਂ ਵੱਧ ਆਪਦੇ ਆਪ ਨੂੰ ਪੜ੍ਹੇ ਲਿਖੇ ਤੇ ਸੁਸ਼ੀਲ ਜਿਹੜੇ ਸਮਝਦੇ ਆ, ਉੱਥੇ ਵੀ ਇਹ ਬੁਰਾਈ ਹੈ ਉਹਨਾਂ ਦੇ ਵਿੱਚ ਵੀ। ਤੇ ਹੋਰ ਵੀ ਕਿੰਨੇ ਡੇਰੇ ਸੰਪਰਦਾਵਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਹੈ, ਪਰ ਅਮਲ ਦੇ ਤੌਰ ਤੇ ਉੱਥੇ ਜਾਤ ਪਾਤ ਲੰਗਰ ਵੀ ਉਹਨਾਂ ਦਾ ਅਲੱਗ ਹੈ, ਉਹਨਾਂ ਨੂੰ ਅਲੱਗ ਬਿਠਾਇਆ ਜਾਂਦਾ, ਉਹਨਾਂ ਨੂੰ ਦੇਗ ਪ੍ਰਸ਼ਾਦ ਦੇਣ ਵੇਲੇ ਕਿਹਾ ਜਾਂਦਾ ਤੁਸੀਂ ਬਾਹਰ ਬੈਠੋ, ਅਲੱਗ ਹੋ ਕੇ ਲਓ। ਨਾਲ ਮੈਂ ਇੱਕ ਗੱਲ ਇਹ ਹੋਰ ਥੋੜੀ ਜਿਹੀ ਐਡ ਕਰਨੀ ਚਾਹੁੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ ਜਿਹੜੇ ਦੂਜੇ ਡੇਰੇ ਪੈਰਲਲ ਸ਼ੁਰੂ ਹੋਏ ਸਿੱਖ ਸੰਪਰਦਾਵਾਂ ਦੇ ਜਾਂ ਸਿੱਖ ਸੰਸਥਾ ਦੇ, ਜਾਂ ਟੋਟਲ ਜਿਹੜਾ ਇੱਕ ਸਿੱਖੀ ਦਾ ਕੰਸੈਪਟ ਹੈ, ਉਹ ਸਾਰੇ ਇਹ ਜਾਤ ਪਾਤ ਦੇ ਵਿੱਚੋਂ ਜ਼ਿਆਦਾ ਨਿਕਲੇ, ਕਿਉਂਕਿ ਅਸੀਂ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ। ਸਾਡੇ ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਵਿਤਕਰਾ ਹੁੰਦਾ ਰਿਹਾ, ਤਾਂ ਉਹ ਦੂਜਿਆਂ ਲਈ ਉਹ ਇੱਕ ਵਧੀਆ ਮੌਕਾ ਮਿਲ ਗਿਆ, ਜਿਹੜੇ ਖਾਸ ਕਰਕੇ, ਕਿਉਂਕਿ ਜੇ ਮੈਂ ਸੱਚੇ ਸੌਦੇ ਡੇਰੇ ਦਾ ਨਾਂ ਲਵਾਂ, ਨਿਰੰਕਾਰੀਆਂ ਦੇ ਮਿਸ਼ਨ ਦਾ ਨਾਂ ਲਵਾਂ, ਉੱਥੇ ਜ਼ਿਆਦਾਤਰ ਜਿਹੜੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਦਲਿਤ ਵਰਗ ਨਾਲ ਸੰਬੰਧ ਨੇ, ਕਿਉਂਕਿ ਉੱਥੇ ਉਹਨਾਂ ਨੂੰ ਪੂਰੀ ਉਸ ਤਰ੍ਹਾਂ ਮਾਨਤਾ ਦਿੱਤੀ ਗਈ। ਸੋ ਇਹ ਇੱਕ ਬਹੁਤ ਵੱਡੀ ਬੁਰਾਈ ਜਿਹੜੀ ਇਹ ਘਰ ਗਈ ਸਾਡੇ ਸਿੱਖ ਸਮਾਜ ਦੇ ਵਿੱਚ। ਮੈਂ ਜਸਪਾਲ ਹੋਰਾਂ ਨਾਲ ਮੈਂ ਗੱਲ ਕਰਨੀ ਚਾਹਾਂਗਾ। ਜਸਪਾਲ, ਜਿਵੇਂ ਇਹਨਾਂ ਨੇ ਆਖਿਆ ਗੱਲ ਕਿ ਕੁਝ ਡੇਰਿਆਂ ਦੇ ਵਿੱਚ ਜਿਹੜੇ ਲੋਕ ਗਏ ਨੇ ਉਹ ਨਾਰਾਜ਼ ਹੋ ਕੇ ਗਏ ਨੇ, ਕਿਉਂਕਿ ਉਹਨਾਂ ਨੂੰ ਸਿੱਖ ਧਰਮ ਦੇ ਵਿੱਚ ਜੋ ਪ੍ਰਚਾਰਿਆ ਗਿਆ ਬਰਾਬਰੀ ਦਾ ਹੱਕ ਉਹ ਨਹੀਂ ਮਿਲਿਆ, ਤੇ ਉਹ ਵਿਤਕਰਾ ਮਹਿਸੂਸ ਕਰਦਿਆਂ ਇਹਨਾਂ ਤੋਂ ਛੱਡ ਕੇ ਉਹਨਾਂ ਡੇਰਿਆਂ ਦੇ ਵਿੱਚ ਗਏ ਨੇ, ਜਿਹਦੇ ਆਪਾਂ ਬਾਕੀ ਡੇਰਿਆਂ ਦੇ ਕਾਫੀ ਦੇ ਨਾਂ ਲਏ ਨੇ। ਇੱਕ ਪੀਰੀਅਡ ਰਿਹਾ, ਤੁਸੀਂ ਉਹਨੂੰ ਜ਼ਿਆਦਾ ਇਤਿਹਾਸ ਦੇ ਤੁਸੀਂ ਵਾਕਫ ਹੋ, ਤੁਸੀਂ ਉਹ ਦੱਸੋਗੇ, ਪੀਰੀਅਡ ਰਿਹਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜੇ ਇਹਨਾਂ ਇਸ ਦਲਿਤਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਸੀ, ਇੱਥੋਂ ਤੱਕ ਕਿ ਉਹਨਾਂ ਦੇ ਵਾਸਤੇ ਚੌਥੇ ਪੌੜੇ ਦਾ ਇੱਕ ਲਕਬ ਜਿਹੜਾ ਸੀਗਾ ਉਹ ਵਰਤਿਆ ਜਾਂਦਾ ਸੀ। ਇਹਦੇ ਬਾਰੇ ਕੀ ਹੈ ਕਿ ਕਿਸ ਲੈਵਲ ਤੱਕ ਇਹ ਤਫਰਕਾ ਤੇ ਜਿਹੜਾ ਵਿਤਕਰਾ ਪਹੁੰਚ ਚੁੱਕਾ ਸੀ ਕਿਸੇ ਵੇਲੇ? ਦੇਖੋ, ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਿਆ, ਇਹਦੇ ਪਿੱਛੇ ਸਿਆਸਤ ਜਾਂ ਸੱਤਾ ਤਾਂ ਜ਼ਰੂਰ ਹੁੰਦੀ ਹੈ, ਸਪੋਰਟ ਉਹਦੀ ਹੁੰਦੀ ਹੈ। ਸੱਤਾ ਦੀ ਕਈ ਵਾਰੀ ਇਹ ਸੇਵਾ ਵੀ ਹੁੰਦੀ ਹੈ ਤਾਂ ਕਿ ਤੁਸੀਂ ਇਸ ਕਿਸਮ ਦਾ ਜਾਤ ਪਾਤ ਦੀ ਪ੍ਰੈਕਟਿਸ ਕਰੋ। ਸੱਤਾ ਦੀ ਸੇਵਾ 'ਚ ਵੀ ਪ੍ਰੈਕਟਿਸ ਇਹ ਹੁੰਦੀ ਹੈ, ਪਰ ਉਦੋਂ ਤਾਂ ਇਸ ਕਿਸਮ ਦਾ ਸੀ ਸਾਰਾ ਵੀ ਦਰਬਾਰ ਸਾਹਿਬ ਵਿੱਚ ਦਲਿਤਾਂ ਦੀ ਐਂਟਰੀ ਉੱਤੇ ਬੈਨ ਸੀਗਾ, ਜਾਂ 1 ਘੰਟਾ ਆਉਣ ਦਿੱਤਾ ਜਾਂਦਾ ਸੀ, ਜਾਂ ਉਹਨਾਂ ਦਾ ਪ੍ਰਸ਼ਾਦ ਨਹੀਂ ਸੀ ਲਿਆ ਜਾਂਦਾ। ਬਹੁਤ ਤਰ੍ਹਾਂ ਦੇ ਵਿਤਕਰੇ ਸਾਰੇ ਹੁੰਦੇ ਆਏ ਆ। ਅੱਛਾ, ਇਹ ਗੱਲ ਇਹ ਹੈ ਵੀ ਜਿਹੜੇ ਰੁਪਾਲ ਨੇ ਕਹੀ ਹੈ ਗੱਲ ਵੀ ਇਹ ਆਪਣੇ ਗੁਰਦੁਆਰੇ ਵੀ ਬਣੇ ਜਾਂ ਮੁੜ ਕੇ ਡੇਰਿਆਂ ਵੱਲ ਲੋਕ ਭੱਜੇ, ਉਹਦੇ ਵਿੱਚ ਕਾਰਨ ਇਹੀ ਸੀ ਵੀ ਜਿਹੜਾ ਜੱਟ ਸਮਾਜ ਦੇ ਵਿੱਚ ਜਦੋਂ ਖਾਸ ਕਰਕੇ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਇਹਨਾਂ ਦਾ ਕਬਜ਼ਾ ਹੋ ਗਿਆ, ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਇਹਨਾਂ ਦੇ ਹੱਥ 'ਚ ਆ ਗਈਆਂ,
ਅਕਾਲੀ ਦਲ ਦੇ ਜਾਂ ਸਾਰਾ ਡੋਮੀਨੈਂਸ ਆ ਗਈ, ਉਦੋਂ ਫਿਰ ਜਿਹੜੀਆਂ ਥੱਲੇ ਵਾਲੀਆਂ ਕਲਾਸਾਂ ਕਿਹਾ ਜਾਂਦਾ ਜਿਨ੍ਹਾਂ ਨੂੰ, ਉਹਨਾਂ ਨੂੰ ਇੱਥੇ ਕੋਈ ਮਾਨਤਾ ਨਹੀਂ ਮਿਲੀ ਤੇ ਉਹ ਦੌੜ ਦੌੜ ਕੇ ਦੂਜੇ ਪਾਸੇ ਆ ਕੇ ਧਾਰਮਿਕ ਆਪਦੀ ਸ਼ਰਧਾ ਦਾ ਪ੍ਰਗਟਾਉਣ ਲੱਗੇ। ਉੱਥੇ ਉਹ ਸੌਖੇ ਕੰਫਰਟੇਬਲ ਫੀਲ ਹੋਣ ਲੱਗਿਆ ਉਹਨਾਂ ਨੂੰ। ਇਸੇ ਕਰਕੇ ਡੇਰਾ ਸੱਚਾ ਸੌਦਾ 'ਚ ਲੋਕ ਪਹੁੰਚੇ, ਨਿਰੰਕਰੀਆਂ ਕੋਲੇ ਪਹੁੰਚੇ, ਰਾਧਾ ਸਵਾਮੀਆਂ ਕੋਲੇ ਪਹੁੰਚੇ। ਇਹ ਸਾਰਾ ਕੁਝ ਹੋਇਆ ਇਹ ਡੋਮੀਨੈਂਸ ਕਰਕੇ ਹੀ, ਜੱਟ ਡੋਮੀਨੈਂਸ ਕਰਕੇ ਹੀ ਗੁਰਦੁਆਰੇ ਦੂਜੇ ਬਣੇ ਆ, ਜਿਹੜੇ ਪਾਸੇ ਬਣੇ ਆ, ਤੇ ਦੂਜੇ ਰਾਮਗੜੀਆਂ ਦਾ ਗੁਰਦੁਆਰਾ ਫਲਾਨਿਆਂ ਦਾ, ਇਹ ਸਾਰੇ ਕੁਝ ਇਸੇ ਚੋਂ ਨਿਕਲਿਆ। ਇਹ ਸਾਰਾ ਕੁਝ ਦਾ ਜਿਹੜਾ ਦੌਰ ਉਹ ਹੈਗਾ, ਇਹਦੀ ਬਰਾਬਰੀ ਨੂੰ, ਇਸ ਵਿਰੋਧਤਾ ਨੂੰ ਕਾਇਮ ਰੱਖਣ ਲਈ ਜਿਹੜੀ ਸਾਡੀ ਲਿਬਰਲ ਡੈਮੋਕ੍ਰੇਸੀ ਹੈ, ਇਹਦਾ ਜਿਹੜਾ ਇੱਕ ਸਰੂਪ ਬਣਦਾ ਵੋਟ ਬੈਂਕ ਤਿਆਰ ਕਰਨਾ ਅਲਟੀਮੇਟਲੀ ਪਾਵਰ ਲਈ, ਉੱਥੇ ਜਾ ਕੇ ਖੜਾ ਹੋ ਜਾਂਦਾ। ਇਹ ਸਾਰਾ ਇੱਕ ਦੂਜੇ ਨੂੰ ਫੀਡ ਕਰਦੇ ਆ, ਸੋਸ਼ਲ, ਇਕਨੋਮਿਕ ਤੇ ਸੱਤਾ ਵਾਲਾ, ਪਾਵਰ ਵਾਲਾ, ਸਾਰਾ ਇਹ ਇੰਟਰਲਿੰਕਡ ਹੈ ਸਾਰਾ ਕੁਝ ਆਪਣੇ ਆਪ ਵਿੱਚ। ਤੇ ਇਸ ਕਰਕੇ ਮੈਂ ਇਹ ਸਾਰਾ ਕਹਿੰਦਾ ਵੀ ਇਹ ਸਾਰਾ ਕੁਝ ਸਮਾਜ ਦੇ ਵਿੱਚ ਵੰਡੀਆਂ ਜਿਹੜੀਆਂ ਸੀ 70 ਸਾਲ ਤੋਂ ਬਾਅਦ ਜ਼ਿਆਦਾ ਵਧੀਆਂ ਘਟੀਆਂ ਨਹੀਂ ਸਾਡੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ। ਕਿਉਂ ਵਧੀਆਂ? ਇਹਦਾ ਕਾਰਨ ਇਹ ਹੈ ਕਿ ਵੋਟ ਬੈਂਕ ਦਾ ਜਿਹੜਾ ਲਿਬਰਲ ਡੈਮੋਕ੍ਰੇਸੀ ਦਾ ਇੱਕ ਖਾਸ ਕਿਸਮ ਦਾ ਵੱਡਾ ਭੈੜ ਇਹੀ ਹੈ ਵੀ ਇਹ ਸਮਾਜ ਨੂੰ ਖੰਡਿਤ ਕਰਕੇ, ਟੁਕੜੇ ਕਰਕੇ, ਫਿਰ ਆਪਣੇ ਮੁਤਾਬਕ ਉਹਨਾਂ ਦਾ ਆਰਟੀਫਿਸ਼ੀਅਲ ਜਾਂ ਵੋਟ ਬੈਂਕ ਤਿਆਰ ਕਰਕੇ ਜਿੱਤਦਾ ਸੱਤਾ ਦਾ। ਫਿਰ ਉਹਦੇ ਵਿੱਚ ਕਈ ਕਿਸਮ ਦੇ ਪਾਵਰ ਦੇ ਇੰਟਰਪਲੇ ਹੁੰਦੇ ਆ। ਰੁਪਾਲ ਜੀ ਜਿਹੜੀ ਹੁਣੇ ਗੱਲ ਕਰਦੇ ਹੈਗੇ ਆ, ਮੈਂ ਉਹਦੇ ਉੱਤੇ ਤੁਹਾਡੇ ਵਿਚਾਰ ਲੈਣੇ ਚਾਹਾਂਗਾ ਕਿ ਜਦੋਂ ਵੀ ਇਹ ਮਸਲਾ ਸਿੱਖ ਸਮਾਜ ਦੇ ਵਿੱਚ ਕਿਤੇ ਵੀ ਖੜਾ ਹੁੰਦਾ, ਕਿਸੇ ਵੀ ਲੈਵਲ ਤੇ ਖੜਾ ਹੁੰਦਾ, ਗੁਰਦੁਆਰੇ ਦੇ ਲੈਵਲ ਤੇ ਖੜਾ ਹੁੰਦਾ ਜਾਂ ਵੱਡੇ ਲੈਵਲ ਤੇ ਖੜਾ ਹੁੰਦਾ ਜਾਂ ਵਿਚਾਰਕਾਂ ਦੇ ਲੈਵਲ ਤੇ ਖੜਾ ਹੁੰਦਾ, ਤੇ ਹਮੇਸ਼ਾ ਕਿਹਾ ਜਾਂਦਾ ਕਿ ਛੱਡੋ ਜੀ, ਜਾਂ ਜਿਵੇਂ ਆਪਾਂ ਪਹਿਲਾਂ ਕਹਿੰਦੇ ਹਾਂ ਕਿ ਇਹਨੂੰ ਤੱਪੜ ਥੱਲੇ ਧੱਕ ਦਿੱਤਾ ਜਾਂਦਾ ਹੈ, ਇਹਦੇ ਬਾਰੇ ਵਿਚਾਰ ਚਰਚਾ ਕਰਨ ਤੋਂ ਅਵੋਇਡ ਕੀਤਾ ਜਾਂਦਾ। ਜੇ ਅਸੀਂ ਸਮਝਦੇ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਸਮਾਜ ਨੂੰ ਆਪਣੀ ਇਹ ਕੀਮਤੀ ਬਰਾਬਰਤਾ ਦੀ ਜਿਹੜੀ ਵੈਲਿਊ ਹੈ ਇਹਨੂੰ ਰੀਐਸਟੈਬਲਿਸ਼ ਕਰਨਾ, ਤਾਂ ਇਹ ਕਿਸ ਤਰ੍ਹਾਂ ਇਹ ਹੋਏਗਾ? ਕਿਸ ਤਰ੍ਹਾਂ ਹੋਏਗਾ? ਐਲੀਟ ਸਿੱਖ ਤੇ ਸਿਆਸਤ, ਸਿੱਖ ਸਿਆਸਤ, ਇਹ ਸਾਰਾ ਕੁਝ ਮਿਲ ਕੇ ਕੀ ਰਸਤਾ ਬਣਦਾ ਇੱਥੇ? ਸਿੱਧੂ ਸਾਹਿਬ, ਇਹ ਗੱਲ ਬਿਲਕੁਲ ਜਿਹੜੀ ਹੈ ਆਪਣਾ ਜਸਪਾਲ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਇਹ ਗੱਲ ਹੁਣ ਬੜੀ ਗੰਭੀਰ ਅਸੀਂ ਜਿਹੜੇ ਮੋੜ ਤੇ ਪਹੁੰਚੇ ਹੋਏ ਆ ਕਿ ਜਿਸ ਤਰ੍ਹਾਂ ਦੀ ਸਿਆਸਤ ਇੱਥੇ ਚੱਲ ਰਹੀ ਹੈ। ਕਿਉਂਕਿ ਸਾਡੇ ਲੋਕਾਂ ਨੂੰ ਦੇਖਿਆ, ਖਾਸ ਕਰਕੇ ਸਿੱਖਾਂ ਨੂੰ, ਸਿੱਖ ਸਮਾਜ ਨੂੰ, ਅਕਾਲੀਆਂ ਤੇ ਬਹੁਤ ਟੇਕ ਸੀ, ਅਕਾਲੀਆਂ ਨੇ ਮੋਰਚੇ ਲਾਏ, ਲੋਕਾਂ ਨੇ ਉਹਨਾਂ ਦਾ ਭਰਵਾਂ ਸਾਥ ਦਿੱਤਾ ਸ਼ੁਰੂ ਤੋਂ। ਤੁਸੀਂ 1920 ਤੋਂ ਜਿਹੜੀ ਇਹ ਗੱਲ ਆ, ਉਦੋਂ ਤੋਂ ਤੁਸੀਂ ਪਿਛਲਾ ਇਤਿਹਾਸ ਸਾਰਾ ਚੁੱਕ ਕੇ ਦੇਖ ਲਓ ਕਿ ਲੋਕਾਂ ਨੇ ਅਕਾਲੀਆਂ ਦਾ ਦਿਲੋਂ ਸਾਥ ਦਿੱਤਾ ਤੇ ਲੋਕ ਸ਼ਹੀਦ ਵੀ ਹੋਏ, ਮਾਰੇ ਵੀ ਗਏ, ਲਾਠੀਆਂ ਵੀ ਖਾਧੀਆਂ, ਜੇਲਾਂ ਵੀ ਕੱਟੀਆਂ। ਪਰ ਜਿਹੜਾ ਹੁਣ ਅਕਾਲੀ ਦਲ ਦਾ ਇੱਕ ਕਨਸੈਪਟ ਹੈ ਵੀ ਗੱਲ ਨੂੰ ਨਾ ਛੇੜਿਆ ਜਾਵੇ, ਜਿਹੜੀ ਤੁਸੀਂ ਗੱਲ ਕੀਤੀ ਤੱਪੜ ਥੱਲੇ ਦੱਬ ਦਿਓ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤਾਂ ਸ਼ੁਰੂ ਤੋਂ ਇਹ ਰਿਹਾ ਐਟੀਟਿਊਡ, ਛੱਡੋ ਜੀ ਕਾਕਾ ਜੀ, ਇਹਨੂੰ ਕੋਈ ਗੱਲ ਨਹੀਂ। ਸਹੀ ਜਿਹੜੀ ਹੈ ਇਹ ਖਤਰਨਾਕ ਰਹੀ ਹੈ। ਹੁਣ ਇਹਦੇ ਦੋ ਹੀ ਤਰੀਕੇ ਹੈ ਵੀ ਜਾਂ ਤਾਂ ਉਹਨੂੰ ਵਿਚਾਰਧਾਰਕ ਪੱਧਰ ਤੇ ਲੋਕ ਇੰਨੇ ਜਾਗਰੂਕ ਹੋਣ ਵੀ ਇਸ ਗੱਲ ਨੂੰ ਸਮਝਣ, ਹੇਠਲੇ ਲੈਵਲ ਤੋਂ ਗੱਲ ਸ਼ੁਰੂ ਹੋਵੇ, ਤੇ ਦੂਜਾ ਤਰੀਕਾ ਇਹ ਹੈ ਵੀ ਕਿਉਂਕਿ ਹੁਣ ਉਹ ਡੰਡੇ ਵਾਲੀ ਗੱਲ ਤਾਂ ਰਹੀ ਨਹੀਂ, ਜਿਸ ਤਰ੍ਹਾਂ ਦਾ ਸਾਡਾ ਇੱਕ ਕੰਸਟੀਟਿਊਸ਼ਨਲ ਸਿਸਟਮ ਹੈ, ਇੱਕ ਪਾਰਲੀਮੈਂਟ ਸਿਸਟਮ 'ਚ ਬੱਝੇ ਹੋਏ ਆ, ਤੇ ਉਹਦੇ ਹੁਣ ਇਹ ਕਾਰਨ ਨੇ। ਮੈਂ ਇੱਥੇ ਇੱਕ ਬੜੀ ਦਿਲਚਸਪ ਗੱਲ ਦੱਸਦਾ। ਮੈਂ SGPC ਦੇ ਜਿੱਥੇ ਅਕਾਲੀ ਦਲ ਦਾ ਕਬਜ਼ਾ ਹੈ, ਜਥੇਦਾਰ ਗੁਰਚਰਨ ਸਿੰਘ ਟੌਹੜਾ ਲੰਬਾ ਸਮਾਂ ਇਹਦੇ ਪ੍ਰਧਾਨ ਰਹੇ ਆ। ਮੈਂ ਦਿੱਲੀ ਇੱਕ ਵਾਰ ਉਹਨਾਂ ਦੇ ਸਾਹਮਣੇ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ SGPC ਦੇ ਵਿੱਚ ਜਿਹੜੀ ਹੈ ਉਹ ਜਿਹੜੀ ਰਿਜ਼ਰਵੇਸ਼ਨ ਹੈ ਉਹ ਕਿਸ ਲੈਵਲ ਤੱਕ ਲਾਗੂ ਕੀਤੀ ਹੋਈ ਹੈ। ਉਦੋਂ ਦੇਸ਼ ਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਚੱਲ ਰਹੀ ਸੀ। ਉਹ ਹੱਸ ਪਏ, ਉਹ ਕਹਿੰਦੇ ਵੀ ਤੁਸੀਂ ਰਿਜ਼ਰਵੇਸ਼ਨ ਸੀਟਾਂ ਦੀ ਗੱਲ ਕਰਦੇ ਹੋ ਕਿ ਇੰਪਲਾਇਮੈਂਟ ਦੀ? ਉਹ ਕਹਿੰਦੇ ਜੇ ਅਸੀਂ ਇੰਪਲਾਇਮੈਂਟ ਦੀ ਗੱਲ ਕਰਦੇ ਹਾਂ। ਉਹ ਕਹਿੰਦੇ ਵੀ ਸਾਡੇ ਤਾਂ ਉਲਟ ਹੈ ਕੰਮ, ਸਾਡੇ ਤਾਂ ਕਹਿੰਦੇ ਇੰਪਲਾਇਮੈਂਟ ਦੇ ਲੈਵਲ ਤਾਂ ਐਂ ਲੱਗਦਾ ਵੀ ਜਿਹੜੇ ਦੂਜੇ ਆ ਜਨਰਲ ਵਾਲੇ ਉਹ ਮਸਾਂ 30-40% ਹੋਣਗੇ। ਸੋ ਦੇਖੋ, ਜਿੰਨੇ ਪਾਠੀ ਨੇ, ਗ੍ਰੰਥੀ ਨੇ, ਕੀਰਤਨੀਏ ਨੇ, ਹੋਰ ਹੈ, ਉਹਨਾਂ ਨੂੰ ਅਸੀਂ ਮਾਨਤਾ ਦਿੰਦੇ ਹਾਂ, ਉਹਨਾਂ ਦੇ ਗੋਡੀਆਂ ਹੱਥ ਵੀ ਲਾਉਂਦੇ ਹਾਂ, ਉਹਨਾਂ ਦਾ ਸਾਰਾ ਕਰਦੇ ਹਾਂ। ਪਰ ਜਦੋਂ ਬਰਾਬਰ ਦੇ ਲੈਵਲ ਤੇ ਦੂਜੇ ਪਾਸੇ ਉਹਨਾਂ ਨੂੰ ਅਸੀਂ ਮੰਨਣ ਲਈ ਤਿਆਰ ਨਹੀਂ। ਇਹ ਵੀ ਬੜੀ ਕਮਾਲ ਦੀ ਇੱਕ ਬ੍ਰਹਮਣ। ਡਾਕਟਰ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਹੋ ਕਨਕਲੂਡ ਕਰਨ ਦੇ? ਤੁਸੀਂ ਸੋਸ਼ਲ ਬੁਰਾਈ ਖਤਮ ਕਰਨ ਦੇ ਲਈ ਤਾਂ ਤੁਹਾਨੂੰ ਸਿਧਾਂਤ ਦੇ ਨਾਲ ਜੁੜਨਾ ਪਏਗਾ ਤੇ ਮਤਲਬ ਜਿਹੜਾ ਹੈ ਆਪਣੀ ਨੀਅਤ ਨੂੰ ਸਾਫ਼ ਕਰਨਾ ਪਏਗਾ। ਜਦੋਂ ਤੱਕ ਤੁਹਾਡਾ ਮੋਟਿਵ ਜਿਹੜਾ ਪਾਵਰ ਨੂੰ ਕੈਪਚਰ ਕਰਨਾ ਹੈਗਾ, ਸੁਸਾਇਟੀ ਨੂੰ ਡਿਵਾਈਡ ਕਰਨਾ, ਤਾਂ ਇਹ ਜਿਹੜੇ ਸਾਰੇ ਢੰਗ ਤਰੀਕੇ ਤਾਂ ਚੱਲਦੇ ਹੀ ਰਹਿਣਗੇ। ਇਹਦੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਤਾਂ ਮਾਡਲ ਸੀ। ਅੱਜ ਕੱਲ੍ਹ ਤੁਹਾਡੇ ਕੋਲ ਮਾਡਲ ਕਿਹੜਾ? ਪਹਿਰਾਵਾ ਹੈ, ਤੇ ਉਸ ਪਹਿਰਾਵੇ ਨੂੰ ਯੂਜ਼ ਕੀਤਾ ਜਾ ਰਿਹਾ। ਜਦੋਂ ਤੱਕ ਉਹ ਪਹਿਰਾਵੇ ਤੋਂ ਪਿੱਛੇ ਹਟ ਕੇ ਸਿਧਾਂਤ ਨਾਲ ਜੁੜ ਕੇ
ਜਿਹੜਾ ਪਬਲਿਕ ਗੁੱਡ ਨੂੰ ਪ੍ਰੋਫਿਟ ਮੋਟਿਵ ਨੂੰ ਛੱਡ ਕੇ ਪਬਲਿਕ ਗੁੱਡ ਦੇ ਉੱਤੇ ਜਾਵਾਂਗੇ, ਉਦੋਂ ਹੀ ਇਹ ਸਿਸਟਮ ਸੁਧਰੇਗਾ, ਅਦਰਵਾਈਜ਼ ਕੁਛ ਨਹੀਂ ਹੋਣਾ। ਦੋਸਤੋ, ਆਖਰ ਤੇ ਗੱਲ ਇਦਾਂ ਲੱਗਦੀ ਹੈ ਕਿ ਇਹ ਮੁੱਦੇ ਦੇ ਉੱਤੇ ਜਾਗਰਤ ਪਹਿਲਾਂ ਦੇ ਮੁਕਾਬਲੇ ਤੇ ਜ਼ਿਆਦਾ ਫੈਲ ਰਹੀ ਹੈ, ਤੇ ਇਹ ਪੋਸੀਬਲ ਨਹੀਂ ਹੋਏਗਾ ਕਿ ਬਹੁਤਾ ਲੰਬਾ ਚਿਰ ਹੁਣ ਇਸ ਮਸਲੇ ਨੂੰ ਤੱਪੜ ਦੇ ਥੱਲੇ ਢੱਕੀ ਰੱਖਿਆ ਜਾਵੇ। ਚੰਗਾ ਹੈ ਕਿ ਸਿੱਖ ਧਰਮ ਦੀ ਇਸ ਕੀਮਤੀ ਵਿਚਾਰਧਾਰਾ ਨੂੰ ਤੇ ਕੀਮਤੀ ਧਰੋਹਰ ਨੂੰ ਜਿਹੜੀ ਹੈਗੀ ਹੈ, ਜਿਹੜੀ ਬਰਾਬਰਤਾ ਦਾ ਸਮਾਜ ਸਿਰਜਦੀ ਹੈ, ਉਸ ਨੂੰ ਬਚਾਇਆ ਜਾਵੇ, ਤਕੜਾ ਕੀਤਾ ਜਾਵੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।